सत श्री अकाल विद्यार्थियों, साडे यूट्यूब चैनल ते तुहाडा सारिਆਂ ਦਾ स्वागत है। अज असी कहानी संग्रह विचों लैके हाज़र हाँ। कहानी मोड़ी। मोड़ी कहानी प्रेम प्रकाश जी द्वारा लिखी गई है ते इस कहानी विच जे प्रेम प्रकाश जी की गल करिए तो उन्हां दा जन्म 1932 ईस्वी नूं खन्ना जिला लुधियाना विच श्री राम प्रसाद दे घर होया। उसने अपने जीवन काल दे मुढ़ले साल विच स्कूल विच पढ़ाउणा शुरू किया। पत्रकारी दे किते नाल जुड़ गया ते जलंधर दे विच हिंद समाचार अखबार विच उप संपादक वजों भी उन्होंने लंबा टाइम जिहड़ा सी काम कीता। ਉਹ ਲੰਮੇ ਸਮੇਂ ਤੋਂ ਇੱਕ ਦੋ ਮਾਸਿਕ ਸਾਹਿਤਿਕ ਪਰਚੇ ਲਕੀਰ ਵਿੱਚ ਵੀ ਉਹਨਾਂ ਨੇ ਸੰਪਾਦਨ ਕਰਦੇ ਰਹੇ ਹੈ। ਪੰਜਾਬ ਵਿੱਚ ਉੱਠੀ ਨਕਸਲਵਾਦੀ ਲਹਿਰ ਬਾਰੇ ਉਸਦਾ ਛਟਾ ਨਾਵਲ ਦਸਤਾਵੇਜ਼ ਕਾਫੀ ਚਰਚਾ ਵਿੱਚ ਰਿਹਾ। ਕਹਾਣੀ ਸੰਗ੍ਰਹਿ ਮੁਕਤੀ ਦੇ ਪ੍ਰਕਾਸ਼ਨ ਨਾਲ ਉਹ ਪੰਜਾਬੀ ਕਹਾਣੀਕਾਰਾਂ ਦੀ ਪਹਿਲੀ ਕਤਾਰ ਵਿੱਚ ਆ ਖੜੋਤਾ। ਉਹਨਾਂ ਦੀ ਕਹਾਣੀ ਮੁਕਤੀ ਦੇ ਦੁਆਰਾ ਉਹ ਲੀਹੋਂ ਹਟ ਕੇ ਸੋਚਣ ਅਤੇ ਕਰਨ ਵਿੱਚ ਵਿਸ਼ਵਾਸ ਰੱਖਣ ਵਾਲਾ ਵਿਅਕਤੀ ਹੈ। ਉਸ ਨੂੰ ਭੀੜ ਦਾ ਲੇਖਕ ਬਣਨਾ ਕਤਈ ਪਸੰਦ ਨਹੀਂ। ਉਸਨੇ ਮੁੱਖ ਤੌਰ ਤੇ ਸਮਾਜਿਕ ਅਤੇ ਲਿੰਗਿਕ ਜੀਵਨ ਨਾਲ ਜੁੜੀਆਂ ਵਰਜਨਾਵਾਂ ਨੂੰ ਆਪਣੀ ਕਹਾਣੀ ਦਾ ਵਸਤੂ ਬਣਾਇਆ ਹੈ। ਉਸ ਦੀ ਧਾਰਨਾ ਹੈ ਕਿ ਬੰਦੇ ਅੰਦਰ ਇੱਕ ਬੰਦਾ ਹੁੰਦਾ ਹੈ, ਇਸ ਲਈ ਉਹ ਆਪਣੀਆਂ ਕਹਾਣੀਆਂ ਵਿੱਚ ਦਿਸਦੇ ਦੇ ਓਲੇ ਵਿੱਚ ਲੁਕੇ ਮਨੁੱਖ ਨੂੰ ਲੱਭਣ ਲਈ ਯਤਨਸ਼ੀਲ ਰਹਿੰਦਾ ਹੈ। ਉਸ ਦੇ ਪਾਤਰ ਆਧੁਨਿਕ ਜੀਵਨ ਦੀਆਂ ਗੁੰਝਲਾਂ ਵਿੱਚ ਫਸੇ ਛਟਪਟਾ ਰਹੇ ਹੁੰਦੇ ਹਨ। ਇਸ ਛਟਪਟਾਹਟ, ਉਕਤਾਹਟ ਅਤੇ ਉਦਾਸੀ ਤੋਂ ਮੁਕਤ ਹੋਣ ਲਈ ਕੀਤੇ ਉਹਨਾਂ ਦੇ ਸਾਰੇ ਯਤਨ ਵਿਅਰਥ ਜਾਂਦੇ ਹਨ। ਉਹ ਇੱਕ ਜਾਲ ਵਿੱਚੋਂ ਨਿਕਲ ਕੇ ਦੂਜੇ ਜਾਲ ਵਿੱਚ ਫਸ ਜਾਂਦੇ ਆ ਤੇ ਮੁਕਤੀ ਲਈ ਕੀਤੇ ਯਤਨਾਂ ਦੇ ਰਹੱਸ ਨੂੰ ਸਮਝਣ ਲਈ ਕੋਸ਼ਿਸ਼ ਵੀ ਕੀਤੀ ਗਈ ਹੁੰਦੀ ਹੈ। ਇਹਨਾਂ ਮੁਕਤੀ ਕਹਾਣੀ ਦੇ ਵਿੱਚ ਉਹਨਾਂ ਬੰਦਿਆਂ ਦੁਆਰਾ ਇਹਨਾਂ ਜਿਹੜੀਆਂ ਛਟਪਟਾਹਟ ਹੈ, ਜੋ ਵੀ ਉਕਤਾਹਟ ਹੈ, ਉਹਨਾਂ ਤੋਂ ਬਚਣ ਦੇ ਲਈ ਮੁਕਤੀ ਕਹਾਣੀ ਦੇ ਵਿੱਚ ਜੋ ਰਹੱਸ ਹੈ, ਯਤਨਾਂ ਦਾ ਰਹੱਸ ਹੈ, ਜੋ ਇਸ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਵਰਜਿਤ ਰਿਸ਼ਤਿਆਂ ਦੀ ਵਿਆਕਰਨ ਨੂੰ ਪੇਸ਼ ਕਰਨ ਵਿੱਚ ਵੀ ਉਹਨਾਂ ਨੇ ਸਫਲਤਾ ਹਾਸਲ ਕੀਤੀ ਹੈ। ਬਹੁਗਿਣਤੀ ਹੋਣ ਕਰਕੇ ਉਹਨਾਂ ਨੇ ਬਹੁਗਿਣਤੀ ਜਿਹੜੀ ਸੀ ਪੰਜਾਬੀ ਵਿੱਚ ਸਿੱਖ ਲੇਖਕਾਂ ਦੀ ਹੋਣ ਕਰਕੇ ਪੰਜਾਬੀ ਕਹਾਣੀ ਵਿੱਚ ਬਹੁਤੇ ਸਿੱਖ ਕਿਰਦਾਰ, ਉਹਨਾਂ ਨਾਲ ਜੁੜੇ ਸਿੱਖ ਸੰਸਕਾਰ ਵੀ ਪੇਸ਼ ਹੁੰਦੇ ਰਹੇ ਹਨ। ਪ੍ਰੇਮ ਪ੍ਰਕਾਸ਼ ਦੇ ਪੰਜਾਬੀ ਕਹਾਣੀ ਪ੍ਰਵੇਸ਼ ਨਾਲ ਪੰਜਾਬੀ ਪਹਿਲੀ ਵਾਰ ਕੀ ਹੋਇਆ, ਪੰਜਾਬੀ ਕਹਾਣੀ ਵਿੱਚ ਹਿੰਦੂ ਪਾਤਰ ਅਤੇ ਉਹਨਾਂ ਨਾਲ ਹਿੰਦੂ ਪਾਤਰ ਪਹਿਲੀ ਵਾਰੀ ਜਿਹੜੇ ਹੈ ਪੰਜਾਬੀ ਸਾਹਿਤ ਦੇ ਵਿੱਚ ਜੋ ਪ੍ਰੇਮ ਪ੍ਰਕਾਸ਼ ਜੀ ਦੁਆਰਾ ਆਪਣੀਆਂ ਕਹਾਣੀਆਂ ਵਿੱਚ ਹਿੰਦੂ ਪਾਤਰ ਲੈ ਕੇ ਹਾਜ਼ਰ ਹੋਏ ਪੰਜਾਬੀ ਸਾਹਿਤ ਦੇ ਵਿੱਚ ਪਹਿਲੀ ਵਾਰ। ਉਸ ਤੋਂ ਬਾਅਦ ਅੱਗੇ ਹੈ ਜੋ ਉਸਨੇ ਆਮ ਤੌਰ ਤੇ ਉੱਤਮ ਪੁਰਖੀ ਵਰਤਾਂਤ ਵਿਧੀ ਦੀ ਵਰਤੋਂ ਕੀਤੀ ਹੈ। ਉੱਤਮ ਪੁਰਖੀ ਵਰਤਾਂਤ ਵਿਧੀ ਦੀ ਵਰਤੋਂ। ਮੁਕਤੀ, ਸ਼ੋਲਡਰ ਬੈਗ, ਮੱਛੀ ਉਸ ਦੀਆਂ ਕਹਾਣੀਆਂ ਹਨ ਜਿਨ੍ਹਾਂ ਵਿੱਚ ਇੱਕੋ ਕਹਾਣੀ ਵਿੱਚ ਵੱਖ-ਵੱਖ ਪਾਤਰ ਆਪਣੇ ਦ੍ਰਿਸ਼ਟੀਕੋਣ ਤੋਂ ਆਪਣੀ ਕਹਾਣੀ ਨੂੰ ਸੁਣਾਉਂਦੇ ਆ। ਆਪਣੇ ਪਾਤਰਾਂ ਦੇ ਮਨ ਦੀਆਂ ਡੂੰਘੀਆਂ ਰਮਜਾਂ ਨੂੰ ਜਿਹੜਾ ਹੈ ਸਮਝਣ ਦੀ ਕੋਸ਼ਿਸ਼ ਵੀ ਕਰਨ ਦੀ ਜੋ ਵਿਲੱਖਣ ਪੈੜ ਹੈ ਉਹ ਪ੍ਰੇਮ ਪ੍ਰਕਾਸ਼ ਜੀ ਨੇ ਆਪਣੀਆਂ ਕਹਾਣੀਆਂ ਦੇ ਵਿੱਚ ਪਾਈ ਹੈ। ਉਸਦੇ ਕਹਾਣੀ ਸੰਗ੍ਰਹਿ ਜੇ ਦੇਖੇ ਜਾਣ ਤਾਂ ਕਚਕੜੇ 1966, ਨਮਾਜ਼ੀ 1971, ਮੁਕਤੀ 1980, ਸ਼ਵੇਤੰਬਰ ਨੇ ਕਿਹਾ ਸੀ 1983, ਪ੍ਰੇਮ ਕਹਾਣੀਆਂ 1986, ਕੁਝ ਅਣਕਿਹਾ ਵੀ 1990, ਰੰਗਮੰਚ ਦੇ ਭਿਕਸ਼ੂ 1995, ਕਥਾ ਅਨੰਤ 1995, ਸਮੁੱਚੀਆਂ ਕਹਾਣੀਆਂ। ਉਸਨੂੰ ਉਸਦੇ ਕਹਾਣੀ ਸੰਗ੍ਰਹਿ ਕੁਝ ਅਣਕਿਹਾ ਵੀ ਉੱਤੇ 1992 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਵੀ ਪ੍ਰਾਪਤ ਹੋਇਆ ਹੈ। ਉਹਨਾਂ ਨੂੰ ਉਹਨਾਂ ਦੀ ਕਹਾਣੀ ਕੁਝ ਅਣਕਿਹਾ ਉੱਪਰ ਵੀ ਸਾਹਿਤ ਅਕਾਦਮੀ ਪੁਰਸਕਾਰ ਹੈ ਜੋ ਉਹਨਾਂ ਨੂੰ ਪ੍ਰਾਪਤ ਹੋਇਆ ਹੈ। ਕੁਝ ਅਣਕਿਹਾ ਵੀ 1992 ਵਿੱਚ
ਡੈਡ ਲਾਈਨ, ਸ਼ਵੇਤੰਬਰ ਨੇ ਕਿਹਾ ਸੀ, ਮੁਕਤੀ ਘਰ ਇਹ ਉਹ ਜਸਵੀਰ ਨਹੀਂ, ਬੰਗਲਾ ਤੇ ਗੋਈ ਉਸਦੀਆਂ ਪ੍ਰਸਿੱਧ ਕਹਾਣੀਆਂ ਹਨ। ਇਹ ਜਿਹੜੀ ਪ੍ਰੇਮ ਪ੍ਰਕਾਸ਼ ਦੀ ਕਹਾਣੀ ਹੈ ਮੋੜੀ, ਇਸ ਕਹਾਣੀ ਬਾਰੇ ਬੰਦਾ ਇੱਕ ਗੁੰਝਲਦਾਰ ਬੁਝਾਰਤ ਜਿਸ ਨੂੰ ਬੁੱਝਣਾ ਲਗਭਗ ਅਸੰਭਵ ਹੈ। ਇਸ ਦੀਆਂ ਘੁੰਡੀਆਂ ਜਾਂ ਗੁੰਝਲਾਂ ਖੋਲ੍ਹਣ ਦੇ ਯਤਨਾਂ ਦੇ ਬਾਵਜੂਦ ਇਸ ਦੀ ਹੋਂਦ ਅਤੇ ਹੋਣੀ ਦਾ ਅੰਤਮ ਸਿਰਾ ਹੱਥ ਨਹੀਂ ਆਉਂਦਾ। ਪ੍ਰੇਮ ਪ੍ਰਕਾਸ਼ ਨੇ ਆਪਣੀਆਂ ਹੋਰ ਕਹਾਣੀਆਂ ਵਾਂਗ ਇਸ ਕਹਾਣੀ ਵਿੱਚ ਬੰਦੇ ਦੇ ਰਹੱਸਮਈ ਗੁੰਝਲਦਾਰ ਆਪੇ ਦੀਆਂ ਪੀੜ੍ਹੀਆਂ ਖੋਲ੍ਹਣ ਦਾ ਕਲਾਤਮਿਕ ਉਪਰਾਲਾ ਵੀ ਕੀਤਾ ਹੈ। ਵਿਦਿਆਰਥੀਓ, ਪ੍ਰੇਮ ਪ੍ਰਕਾਸ਼ ਨੇ ਮੋੜੀ ਕਹਾਣੀ ਦੇ ਵਿੱਚ ਜੋ ਰਹੱਸਮਈ ਗੁੰਝਲਦਾਰ ਬੰਦੇ ਦੀਆਂ ਤਾਣੇ ਬਾਣੇ ਹੈ ਉਹਨਾਂ ਨੂੰ ਖੋਲ੍ਹਣ ਦਾ ਵੀ ਇਸ ਕਹਾਣੀ ਦੇ ਵਿੱਚ ਜਿਹੜਾ ਕਲਾਤਮਕ ਉਪਰਾਲਾ ਕੀਤਾ ਹੈ। ਦਾਰਸ਼ਨਿਕ ਦ੍ਰਿਸ਼ਟੀ ਤੋਂ ਇਸ ਕੇਂਦਰੀ ਸਵਾਲ ਦੇ ਰੂਬਰੂ ਹੈ ਕਿ ਬੰਦਾ ਜਦ ਮਰਨ ਨੇੜੇ ਹੁੰਦਾ ਏ ਤਾਂ ਉਹ ਆਪਣੇ ਜੱਦੀ ਪਿੰਡ ਨੂੰ ਕਿਉਂ ਜਾਣਾ ਚਾਹੁੰਦਾ ਏ। ਦਿੱਲੀ ਰਹਿੰਦੇ ਸਹਿਗਲ ਅੰਬਰਸਰੀਏ ਨੂੰ ਪਿਛਲੀ ਉਮਰੇ ਅੰਮ੍ਰਿਤਸਰ ਦੀ ਮਿੱਟੀ ਬੁਲਾਉਂਦੀ ਲੱਗਦੀ ਹੈ। ਬੰਤਾ ਸਿਆਲਕੋਟੀਆ ਪਾਕਿਸਤਾਨ ਵਿਚਲਾ ਆਪਣਾ ਘਰ ਵੇਖਣ ਲਈ ਅਜੇ ਤੱਕ ਵਿਲਕਦਾ ਪਿਆ ਹੈ। ਆਪਣੇ ਮੁੰਡਿਆਂ ਕੋਲ ਵਲਾਇਤ ਚਲਾ ਗਿਆ। ਤੇਜੂ ਮਿਸਤਰੀ ਜਿੰਨਾ ਚਿਰ ਆਉਣ ਜੋਗਾ ਹੈ ਆਪਣੇ ਜੱਦੀ ਮਕਾਨ ਨੂੰ ਸਵਾਰਨ ਲਈ ਵਲਾਇਤ ਤੋਂ ਪਿੰਡ ਆਉਂਦਾ ਰਹਿੰਦਾ ਹੈ। ਕਹਾਣੀ ਦੇ ਮੁੱਖ ਪਾਤਰ ਕਿਸ਼ਨ ਲਾਲ ਦੇ ਅੰਦਰ ਵੀ ਜਦੋਂ ਕੋਈ ਘੌਂਕਾ ਜਿਹਾ ਉੱਠਦਾ ਹੈ ਤਾਂ ਉਹ ਆਪਣਾ ਜੱਦੀ ਪਿੰਡ ਵੇਖਣ ਨੂੰ ਤੁਰ ਪੈਂਦਾ ਹੈ। ਪਿਛਲੀ ਉਮਰ ਬੰਦਾ ਪਿਛਲੇ ਵੱਲ ਕਿਉਂ ਝਾਕਣ ਲੱਗ ਪੈਂਦਾ ਹੈ, ਇਸ ਦਾ ਮਨੋਵਿਗਿਆਨਿਕ ਕਾਰਨ ਇਹ ਹੈ ਕਿ ਉਹ ਉਮਰ ਵਿੱਚ ਜ਼ਿੰਦਗੀ ਨਾਲ ਮੋਹ ਦੀਆਂ ਤੰਦਾਂ ਮਜਬੂਰੀ ਨਾਲ ਜੋੜੀ ਰੱਖਦਾ ਹੈ। ਭਵਿੱਖ ਵਿੱਚ ਕੁਝ ਨਵਾਂ ਤੇ ਚੰਗਾ ਵਾਪਰ ਸਕਣ ਜਾਂ ਪ੍ਰਾਪਤ ਕਰ ਸਕਣ ਦੀ ਆਸ ਮੱਧਮ ਜਾਂ ਖਤਮ ਹੋ ਜਾਂਦੀ ਹੈ। ਨੇੜੇ ਆ ਰਹੀ ਮੌਤ ਦਾ ਭੈ ਜਦੋਂ ਭਵਿੱਖ ਨੂੰ ਅਸੁਰੱਖਿਅਤ ਬਣਾ ਦਿੰਦਾ ਹੈ ਤਾਂ ਬੰਦਾ ਅਤੀਤ ਦੀਆਂ ਯਾਦਾਂ ਵਿੱਚੋਂ ਸੁਰੱਖਿਆ ਮਹਿਸੂਸ ਕਰਦਾ ਹੈ। ਉਂਝ ਵੀ ਬਚਪਨ ਜਾਂ ਜਵਾਨੀ ਦੀ ਉਮਰ ਵਧੇਰੇ ਸੰਵੇਦਨਸ਼ੀਲ ਤੇ ਗ੍ਰਹਿਣ ਕਰਨ ਯੋਗ ਹੁੰਦੀ ਹੈ। ਇਸ ਕਹਾਣੀ ਮੋੜੀ ਦੇ ਵਿੱਚ ਜੋ ਮੁੱਖ ਪਾਤਰ ਕਿਸ਼ਨ ਹੈ ਤੇ ਇਸ ਤੋਂ ਬਿਨਾਂ ਜੋ ਇਸ ਵਿੱਚ ਜਿਹੜੇ ਪਾਤਰ ਆਏ ਆ ਕਿਸ਼ਨ ਲਾਲ ਜਿਹੜੇ ਕਿ ਆਪਣੇ ਜੱਦੀ ਪਿੰਡ ਨੂੰ ਪਿਆਰ ਕਰਦੇ ਆ ਭਾਵੇਂ ਕਿ ਉਹ ਦੂਰ ਦੁਰਾਡੇ ਰਹਿੰਦੇ ਆ। ਜਿਵੇਂ ਜੇ ਦੇਖਿਆ ਜਾਵੇ ਬੰਤਾ ਸਿਆਲਕੋਟੀਆ ਪਾਕਿਸਤਾਨ ਵਿਚਲਾ ਆਪਣਾ ਘਰ ਵੇਖਣ ਨੂੰ ਤਰਲੇ ਮਾਰਦਾ ਵੀ ਮੈਂ ਉਸ ਘਰ ਨੂੰ ਮਤਲਬ ਜਾਵਾਂ। ਜਿਵੇਂ ਅੱਜ ਵੀ ਲੋਕ ਭਾਵੇਂ ਬਾਹਰਲੇ ਦੇਸ਼ਾਂ ਦੇ ਵਿੱਚ ਰਹਿ ਰਹੇ ਆ ਪਰ ਉਹਨਾਂ ਦੀ ਜਿਹੜੀ ਮਿੱਟੀ ਨਾਲ ਪ੍ਰੇਮ ਹੈ ਹੈ ਨਾ ਉਹ ਨਹੀਂ ਟੁੱਟਦਾ। ਤਾਂ ਉਹ ਆਪਣੇ ਦੇਸ਼ ਪ੍ਰਦੇਸ਼ ਛੱਡ ਕੇ ਵੀ ਆਪਣੇ ਪੰਜਾਬ ਦੇ ਵਿੱਚ ਆ ਕੇ ਇੱਥੋਂ ਦੀ ਜਿਹੜੀ ਹਵਾ ਉਸ ਨੂੰ ਮਹਿਸੂਸ ਕਰਦੇ ਆ। ਸੋ ਇਸ ਦੇ ਵਿੱਚ ਮਿੱਟੀ ਦਾ ਜੋ ਪਿਆਰ ਹੈ ਬੰਦੇ ਲਈ ਉਸ ਨੂੰ ਦਰਸਾਇਆ ਗਿਆ ਹੈ। ਇਸ ਤੋਂ ਅੱਗੇ ਕੀ ਲਿਖਿਆ ਆਪਾਂ ਦੇਖਦੇ ਹਾਂ। ਗ੍ਰਹਿਣ ਕਰਨ ਯੋਗ ਹੁੰਦੀ ਹੈ। ਇਸ ਉਮਰੇ ਨਰਮ ਆਪੇ ਤੇ ਪਈਆਂ ਪੈੜਾਂ ਮਨੁੱਖੀ ਵਿਚੇਤਨ ਦਾ ਹਿੱਸਾ ਬਣਦੀਆਂ ਜਾਂਦੀਆਂ ਹਨ। ਇਹ ਗੁੰਝਲ ਖੋਲ੍ਹਦਿਆਂ ਹੀ ਇੱਕ ਤੰਦ ਪਾਠਕ ਦੇ ਹੱਥ ਆਉਂਦੀ ਹੈ। ਇਹ ਪਿੰਡ ਵਸਾਉਣ ਲਈ ਕਿਸ਼ਨ ਲਾਲ ਦੇ ਵਡੇਰਿਆਂ ਨੇ ਹੀ ਇੱਥੇ ਮੋੜੀ ਗੱਡੀ ਸੀ। ਮੋੜੀ ਗੱਡੀ ਹੈ ਮਤਲਬ ਕਿਸ਼ਨ ਲਾਲ ਦੇ ਵਡੇਰਿਆਂ ਨੇ ਤੇ ਮੁੱਖ ਪਾਤਰ ਜਿਹੜਾ ਹੈ ਇਸ ਕਹਾਣੀ ਦਾ ਉਹ ਕਿਸ਼ਨ ਲਾਲ ਹੈ। ਮੁੱਖ ਪਾਤਰ ਇਸ ਕਹਾਣੀ ਦਾ ਕਿਸ਼ਨ ਲਾਲ ਹੈ ਜਿਨ੍ਹਾਂ ਦੇ ਵੱਡੇ ਵਡੇਰਿਆਂ ਨੇ ਪਿੰਡ ਦੇ ਵਿੱਚ ਮੋੜੀ ਗੱਡੀ ਹੁੰਦੀ ਹੈ ਤੇ ਇਸ ਲਈ ਇਹ ਪਿੰਡ ਉਸਦਾ ਤੇ ਉਸਦੇ ਖਾਨਦਾਨ ਦਾ ਸਭ ਤੋਂ ਵੱਧ ਆਪਣਾ ਹੈ। ਪਰ ਇਹ ਵੀ ਇਤਿਹਾਸ ਦੀ ਵਿਡੰਬਨਾ ਹੈ ਕਿ ਇੱਕ ਸਮੇਂ ਅੱਤਵਾਦੀ ਘਟਨਾਵਾਂ ਨੇ ਇਹੋ ਪਿੰਡ ਉਸਦੇ ਫਿਰਕੇ ਦੇ ਲੋਕਾਂ ਲਈ ਓਪਰਾ ਪਰਾਇਆ ਤੇ ਬੇਗਾਨਾ ਬਣਾ ਦਿੱਤਾ। ਬਹੁਤ ਸਾਰੇ ਲੋਕ ਹਿਜਰਤ ਕਰ ਗਏ ਜਿਹੜੇ ਆਪਣੀ ਮਜਬੂਰੀ ਕਰਕੇ ਜੜ੍ਹਾਂ ਦੇ ਮੋਹ ਕਰਕੇ ਇੱਥੇ ਟਿਕੇ ਹੋ ਰਹੇ ਉਹਨਾਂ ਦਾ ਟਿਕਾਣਾ ਇੱਕ ਧਿਰ ਵੱਲੋਂ ਪ੍ਰਵਾਨ ਨਾ ਕੀਤਾ ਗਿਆ। ਫਲਸਰੂਪ ਸ਼ੰਕਰ ਨੂੰ ਇਸ ਕਹਾਣੀ ਦੇ ਵਿੱਚ ਇੱਕ ਪਾਤਰ ਸ਼ੰਕਰ ਨੂੰ ਉਸ ਦੇ ਆਪਣੇ ਹਮਨਾਮ ਅਤੇ ਸ਼ਕਤੀ ਸਰੂਪ ਸ਼ਿਵ ਸ਼ੰਕਰ ਦੇ ਘਰ ਸ਼ਿਵਾਲੇ ਵਿੱਚ ਹੀ ਕਤਲ ਕਰ ਦਿੱਤਾ ਗਿਆ ਤੇ ਆਪਣੇ ਵਡੇਰਿਆਂ ਵੱਲੋਂ ਮੋੜੀ ਗੱਡੀ ਹੋਣ ਕਰਕੇ ਇਸ ਪਿੰਡ ਨਾਲ ਜੁੜੀ ਅਪਣਤ ਹੀ ਉਸ ਲਈ ਸ਼ਿਵ ਸੀ।
ਸ਼ਕਤੀ ਸੀ ਤੇ ਉਸ ਦਾ ਸ਼ਿਵਾਲਾ ਸੀ। ਉਹ ਆਪਣੇ ਪਿੰਡ ਵਿੱਚ, ਆਪਣੇ ਸ਼ਿਵਾਲੇ ਵਿੱਚ, ਆਪਣੇ ਘਰ ਵਿੱਚ ਸ਼ਕਤੀਹੀਨ ਹੋ ਗਿਆ ਤੇ ਮਾਰਿਆ ਗਿਆ। ਮਕੰਦੀ ਉਸ ਦਰ ਦੀ ਦਹਿਸ਼ਤ ਨੇ ਪਾਗਲ ਕਰ ਦਿੱਤਾ। ਇਕਾਈ ਵਿੱਚ ਵਸਿਆ ਪਿੰਡ ਅਤੇ ਉਸਦੀ ਆਬਾਦੀ ਅੱਧੋ-ਅੱਧ ਹੋ ਗਈ। ਤੇ ਧੱਕਾ ਕਰਨ ਵਾਲੇ ਜੱਟਾਂ ਨੇ ਉਹਨਾਂ ਦੇ 5 ਤੀਰਥੀ ਟੋਭੇ ਉੱਤੇ ਜ਼ਬਰਦਸਤੀ ਕਬਜ਼ਾ ਕਰ ਲਿਆ। ਇਸ ਤਰ੍ਹਾਂ ਕਹਾਣੀ ਪੰਜਾਬ ਦੇ ਪਿੰਡਾਂ ਵਿੱਚ ਵਸਦੀ ਘੱਟ ਗਿਣਤੀ ਦੇ ਦੁਖਾਂਤ ਨੂੰ ਉਜਾਗਰ ਕਰਦੀ ਹੈ। ਵਿਡੰਬਣਾ ਇਹ ਵੀ ਹੈ ਕਿ ਜਿਹੜੇ ਲੋਕ ਪਿੰਡੋਂ ਬਾਹਰ ਚਲੇ ਗਏ ਹਨ ਉਹ ਤਾਂ ਪਿੰਡ ਪਰਤ ਕੇ ਸਕੂਨ ਹਾਸਲ ਕਰਨਾ ਲੋੜਦੇ ਹਨ, ਪਰ ਜਿਹੜੇ ਪਿੱਛੇ ਆਪਣੇ ਜੱਦੀ ਪਿੰਡ ਵਿੱਚ ਰਹਿ ਗਏ ਹਨ ਉਹਨਾਂ ਨੂੰ ਉੱਥੇ ਰਹਿੰਦਿਆਂ ਹੀ ਸਕੂਨ ਨਸੀਬ ਨਹੀਂ ਹੁੰਦਾ। ਕੁੰਡੀ ਇਹ ਵੀ ਖੋਲ੍ਹਦੀ ਹੈ ਕਿ ਮੋੜੀ ਭਾਵੇਂ ਕੋਈ ਗੱਡੇ ਵਕਤ ਬੀਤਣ ਨਾਲ ਜਾਂ ਰਾਜਨੀਤਿਕ ਤੇ ਇਤਿਹਾਸਿਕ ਹਾਲਾਤ ਤਬਦੀਲ ਹੋਣ ਨਾਲ ਉਸ ਥਾਂ ਦੀ ਮਲਕੀਅਤ ਕਿਸੇ ਹੋਰ ਦੀ ਹੋ ਜਾਂਦੀ ਹੈ। ਇਹ ਹੋਣੀ ਇੱਕ ਪਿੰਡ ਦੀ ਵੀ ਹੋ ਸਕਦੀ ਹੈ ਤੇ ਇੱਕ ਮਾਲਕ ਦੀ ਵੀ। ਕਹਾਣੀ ਵਿੱਚ ਦਿੱਲੀ ਦੇ ਵੀਰਾਨ ਖੰਡਰਾਂ ਰਾਜਿਆਂ ਦੇ ਦਰਬਾਰਾਂ ਹੁੰਦੇ ਮਹਾਯੁੱਧਾਂ ਦੇ ਚਿਹਨ ਤੋਂ ਇਹ ਸੱਚ ਚਿਹਨਤ ਹੁੰਦਾ ਹੈ ਕਿ ਮੁੜ ਵਸਣਾ ਤੇ ਮੁੜ ਨਵੇਂ ਥਾਵਾਂ ਤੇ ਵਸਣ ਲਈ ਉੱਜੜਨਾ ਵੀ ਮਨੁੱਖ ਦੀ ਹੋਣੀ ਹੈ। ਮੋੜੀ ਗੱਡੇ ਜਾਣ ਵਾਲੀ ਥਾਂ ਤੋਂ ਦਿੱਲੀ ਦੇ ਖੰਡਰਾਂ ਵਰਗੀ ਬਾਸ ਆਉਣੀ ਵੀ ਇਸੇ ਹਕੀਕਤ ਵੱਲ ਸੰਕੇਤ ਕਰਦੀ ਹੈ। ਗੁੰਝਲ ਚੋਂ ਇੱਕ ਤੰਦ ਇਹ ਵੀ ਨਿਕਲਦੀ ਹੈ ਕਿ ਮਨੁੱਖ ਚੰਗੀ ਰੋਜੀ ਰੋਟੀ ਦੀ ਤਲਾਸ਼ ਵਿੱਚ ਆਪਣੇ ਜੱਦੀ ਟਿਕਾਣਿਆਂ ਤੋਂ ਆਪਣੀ ਮਰਜ਼ੀ ਨਾਲ ਹੀ ਹਿਜਰਤ ਕਰਦਾ ਰਿਹਾ ਹੈ। ਪਿੰਡ ਛੱਡ ਕੇ ਕਿਸੇ ਨੇ ਦਿੱਲੀ ਜਾਣਾ ਹੈ ਤੇ ਕਿਸੇ ਨੇ ਲੁਧਿਆਣੇ ਤੇ ਕਿਸੇ ਨੇ ਵਲੈਤ, ਕਿਸੇ ਨੇ ਹੋਰ ਥਾਂ ਤੇ। ਪਹਿਲੀਆਂ ਪੀੜ੍ਹੀਆਂ ਨੂੰ ਪਿੱਛੇ ਦਾ ਵੈਰਾਗ ਤੇ ਹੀਰਵਾ ਸਤਾਉਂਦਾ ਵੀ ਰਹਿੰਦਾ ਏ ਤੇ ਉਹ ਆਪਣੇ ਵਡੇਰਿਆਂ ਦੀ ਤੇ ਆਪਣੇ ਜਨਮ ਭੂਮੀ ਵੱਲ ਪਰਤਣ ਅਤੇ ਉਸਦੀ ਮਿੱਟੀ ਵਿੱਚ ਸਮਾ ਜਾਣ ਦੀ ਵਿਲਕਣੀ ਵੀ ਰੱਖਦੇ ਹਨ। ਪਰ ਉਹਨਾਂ ਦੀ ਅਗਲੀ ਔਲਾਦ ਹੌਲੀ-ਹੌਲੀ ਨਵੇਂ ਥਾਵਾਂ ਨਾਲ ਹੀ ਆਪਣਤ ਦਾ ਨਾਤਾ ਜੋੜ ਲੈਂਦੀ ਹੈ। ਅੰਤ ਨੂੰ ਉੱਥੋਂ ਦੀ ਹੀ ਹੋ ਕੇ ਰਹਿ ਜਾਂਦੀ ਹੈ। ਤੇਜੂ ਮਿਸਤਰੀ ਦੇ ਮੁੰਡਿਆਂ ਜਾਂ ਜਗਤ ਰਾਮ ਦੇ ਮੁੰਡਿਆਂ ਦਾ ਵੇਰਵਾ ਇਸੇ ਪੱਖ ਵੱਲ ਸੰਕੇਤ ਕਰਦਾ ਹੈ। ਪੁਰਾਣੇ ਨੇ ਢਹਿਣਾ ਤੇ ਨਵੇਂ ਨੇ ਉਸਰਨਾ ਹੀ ਹੈ। ਇੱਕ ਥਾਂ ਉੱਜੜਨ ਤੇ ਕਬੂਤਰਾਂ ਨੇ ਕੋਈ ਨਵਾਂ ਟਿਕਾਣਾ ਤਲਾਸ਼ ਕਰਨ ਲਈ ਉਡਾਰੀ ਮਾਰਨੀ ਹੀ ਹੈ। ਇਸ ਲਈ ਆਪਣੇ ਅਤੀਤ ਜਾਂ ਜੱਦੀ ਧਰਤੀ ਨਾਲ ਵਿਰਾਗ ਭਾਵ ਰੱਖਦਿਆਂ ਜੁੜੇ ਰਹਿਣ ਦਾ ਕੀ ਲਾਭ? ਜਗਤ ਰਾਮ ਦੇ ਹਵਾਲੇ ਨਾਲ ਕਹਾਣੀ ਸੰਸਾਰ ਦੀ ਨਾਸ਼ਮਾਨਤਾ ਵੱਲ ਸੰਕੇਤ ਕਰਦੀ ਹੋਈ ਇਹ ਸਵਾਲ ਵੀ ਉਠਾਉਂਦੀ ਹੈ ਕਿ ਕੀ ਕਿਸੇ ਦਾ ਇਸ ਸੰਸਾਰ ਤੇ ਕੋਈ ਸੰਦੀਵੀ ਪੱਕਾ ਟਿਕਾਣਾ ਤੇ ਸਥਾਈ ਰਿਸ਼ਤਾ ਹੈ ਵੀ? ਜਿਨ੍ਹਾਂ ਗੱਡੀਆਂ ਮੋੜੀਆਂ ਤੇ ਉਹ ਮਾਣ ਕਰਦਾ ਹੈ ਉਹਨਾਂ ਦੇ ਹੁੰਦਿਆਂ ਸੁਣਦਿਆਂ ਵੀ ਉਸਨੇ ਕਿਸੇ ਦਿਨ ਅਨਾਮ ਗੋਤਰੇ, ਅਨਾਮ ਪਿੱਤਰ, ਅਨਾਮ ਸਥਾਨੇ ਹੋ ਜਾਣਾ ਹੈ। ਜਗਤ ਰਾਮ ਨਾਮ ਵੀ ਇਸ ਜਗਤ ਦਾ ਹੀ ਚਿਹਨ ਹੈ। ਉਹ ਇਸ ਸੰਸਾਰ ਤੋਂ ਕੂਚ ਕਰ ਗਈਆਂ ਅਨੇਕ ਪੀੜ੍ਹੀਆਂ ਦਾ ਪ੍ਰਤੀਨਿਧ ਹੈ ਜਿਨ੍ਹਾਂ ਦਾ ਹੁਣ ਕਿਸੇ ਨੂੰ ਨਾ ਗੋਤ ਪਤਾ ਹੈ, ਨਾ ਸਥਾਨ ਤੇ ਨਾ ਹੀ ਉਹਨਾਂ ਦੇ ਵੱਡ ਵਡੇਰਿਆਂ ਦੀ ਜਾਣਕਾਰੀ। ਜੇ ਬੰਦੇ ਨੇ ਅੰਤ ਵਿੱਚ ਇਸ ਤਰ੍ਹਾਂ ਹੀ ਬੇਨਾਮ ਹੋ ਜਾਣਾ ਹੈ ਤਾਂ ਜੜ੍ਹਾਂ ਨਾਲ ਜੁੜੇ ਮੋਹ ਦੇ ਭਰਮ ਨੂੰ ਪਾਲੀ ਜਾਣ ਅਤੇ ਉਸ ਲਈ ਤੜਫੀ ਜਾਣ ਦਾ ਕੀ ਲੋੜ ਹੈ? ਅਤੀਤ ਨਾਲ ਟੁੱਟ ਕੇ ਹੀ ਇਸ ਵੈਰਾਗ ਭਾਵ ਤੋਂ ਮੁਕਤੀ ਮਿਲ ਸਕਦੀ ਹੈ, ਪਰ ਇਹ ਸਾਰਾ ਕੁਝ ਬੰਦੇ ਦੇ ਆਪਣੇ ਵੱਸ ਵਿੱਚ ਵੀ ਨਹੀਂ ਹੈ। ਦਿਮਾਗ ਦੇ ਫੈਸਲੇ ਜ਼ਰੂਰੀ ਨਹੀਂ ਕਿ ਦਿਲ ਨੂੰ ਵੀ ਪ੍ਰਵਾਨ ਹੋਣ। ਕਿਸ਼ਨ ਲਾਲ ਪਿੰਡ ਨਾਲੋਂ ਸੁਚੇਤ ਤੌਰ ਤੇ ਨਾਤਾ ਤੋੜ ਲੈਣ ਦਾ ਐਲਾਨ ਕਰਦਾ ਹੈ। ਕਰਦਿਆਂ ਵੀ ਆਪਣੇ ਪਿੰਡ ਵਿਚਾਲੇ ਖੋਲੇ ਨੂੰ ਨਾ ਵੇਚਣ ਦੀ ਕੁੰਡੀ ਪਾਈ ਰੱਖਦਾ ਹੈ। ਹਾਂ, ਇਸ ਕੁੰਡੀ ਦਾ ਰਹੱਸ ਲੱਭਦਿਆਂ ਗੱਲ ਫੇਰ ਉੱਥੇ ਸ਼ੁਰੂ ਕਰਨੀ ਪੈ ਸਕਦੀ ਹੈ।
ਜਿੱਥੋਂ ਮੁੱਢ ਵਿੱਚ ਸ਼ੁਰੂ ਕੀਤੀ ਸੀ, ਇਸੇ ਉਧੇੜ ਬੁਣ ਵਿੱਚ ਹੀ ਕੁੰਡੀ ਦਾ ਰਹੱਸ ਲੁਕਿਆ ਹੋਇਆ ਹੈ। ਕੁੱਲ ਮਿਲਾ ਕੇ ਜੋ ਆਪਾਂ ਗੱਲ ਕਰਦੇ ਹਾਂ ਤੇ ਇਹ ਕਹਾਣੀ ਵਿੱਚ ਜੋ ਸਾਡੇ ਵੱਡ ਵਡੇਰਿਆਂ ਨਾਲ ਪ੍ਰੇਮ ਹੈ, ਸਾਡੇ ਬਜ਼ੁਰਗਾਂ ਨਾਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਮ ਹੈ, ਜਦੋਂ ਇੱਕ ਥਾਂ ਤੋਂ ਦੂਜੀ ਥਾਂ 'ਤੇ ਹਿਜਰਤ ਕਰ ਲੈਂਦੇ ਹੈ ਤੇ ਉਹ ਪ੍ਰੇਮ ਉਸੇ ਤਰ੍ਹਾਂ ਹੀ ਬਰਕਰਾਰ ਰਹਿੰਦਾ ਹੈ। ਤੇ ਭਾਵੇਂ ਕਿ ਉਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਸ ਪੁਰਾਣੀ ਜਗ੍ਹਾ ਦੇ ਨਾਲ ਕੋਈ ਲਗਾਓ ਨਹੀਂ ਰਹਿੰਦਾ, ਕਿਉਂਕਿ ਜਿੱਥੇ ਉਹਨਾਂ ਦਾ ਜਨਮ ਹੁੰਦਾ ਹੈ ਉਹਨਾਂ ਦਾ ਪਿਆਰ ਉਸੇ ਜਗ੍ਹਾ ਦੇ ਨਾਲ ਹੀ ਬਣ ਜਾਂਦਾ ਹੈ, ਉਹਨਾਂ ਨੂੰ ਉਸੇ ਮਿੱਟੀ ਨਾਲ ਹੀ ਮੋਹ ਪੈ ਜਾਂਦਾ ਹੈ। ਇਹ ਕਹਾਣੀ ਮੋੜੀ ਜਿਹੜੀ ਹੈ ਪ੍ਰੇਮ ਪ੍ਰਕਾਸ਼ ਜੀ ਦੁਆਰਾ ਲਿਖੀ ਗਈ ਹੈ ਤੇ ਇਸ ਕਹਾਣੀ ਦਾ ਮੁੱਖ ਪਾਤਰ ਪੁੱਛ ਲਿਆ ਜਾਂਦਾ ਹੈ ਤਾਂ ਮੁੱਖ ਪਾਤਰ ਹੈ ਕਿਸ਼ਨ ਲਾਲ। ਸੋ ਅੱਜ ਲਈ ਇੰਨਾ ਹੀ। ਇਹ ਸੀ ਮੋੜੀ ਕਹਾਣੀ ਪ੍ਰੇਮ ਪ੍ਰਕਾਸ਼। ਅੱਗੇ ਵੀ ਆਪਾਂ ਕਹਾਣੀ ਸੰਗ੍ਰਹਿ ਵਿੱਚੋਂ ਜਿਹੜਾ ਕਿ ਬਰਿਆਮ ਸਿੰਘ ਸੰਧੂ ਜੀ ਦੁਆਰਾ ਲਿਖਿਆ ਗਿਆ BA ਦੇ ਵਿੱਚ ਲੱਗੀ ਹੋਈ ਕਿਤਾਬ ਇਹ ਕਥਾ ਰੰਗ, ਉਸ ਦੇ ਵਿੱਚੋਂ ਅਗਲੀਆਂ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।